बिस्मिल्लाहिर्रहमानिर्रहीम। अस्सलामुअलैकुम नाज़रीन, फार्मिंग एंड बिज़नेस आइडियाज़ यूट्यूब चैनल में एक नई वीडियो के साथ हाजिर हैं आपकी खिदमत में। दोस्तों, आज की इस वीडियो में मैं बात करने जा रहा हूं राजनपुरी बकरा फार्मिंग के बारे में। तो हमारे साथ मौजूद होंगे इस फार्म के ओनर, उनसे मुकम्मल A to Z तफसीलात लेंगे। तो वीडियो को मुकम्मल लाजमी देखें। अगर वीडियो पसंद आए तो वीडियो को लाइक और शेयर ज़रूर कीजिए। तो चलें स्टार्ट करते हैं आज का अपना ये इंटरव्यू। अस्सलाम वालेकुम। वालेकुम अस्सलाम। भाईजान कैसे हैं? अल्हम्दुलिल्लाह। भाईजान अपना नाम बता दीजिए और अपनी फार्मिंग का जरा तारुफ करवा दीजिए। ना मेरा नाम मोहम्मद सरफराज है जी। बडियाने तो रहने वाले हैं। ठीक है। ਤੇ ਬਾਕੀ 25 ਸਾਲ ਤੱਕ ਸਾਊਦੀ ਅਰਬ 'ਚ ਰਹੇ ਆ। जी जी। ਸਾਊਦੀ ਅਰਬ ਤੋਂ ਆ ਕੇ ਤੇ 2 ਮੱਝਾਂ ਲਈਆਂ ਨੇ ठीक है। ਤੇ ਤਕਰੀਬਨ ਕੋਈ 40 ਬੱਕਰੇ ठीक है। ਮੁੰਦਰੇ ਤੇ ਬੱਕਰੇ ਲਏ। ਮੁੰਦਰੇ ਔਰ ਬੱਕਰੇ ਨੇ। ਤੇ ਬੱਕਰੇ ਤੁਸੀਂ ਕਿਹੜੀ ਨਸਲ ਦੇ ਲਏ ਨੇ? ਬੱਕਰੇ ਜਿਹੜੇ ਨੇ ਇਹ ਕ੍ਰਾਸ ਨੇ ਠੀਕ ਹੈ। ਤੇ ਜਿਹੜੇ ਭੇਡ ਦੇ ਨੇ ਇਹ ਸਾਰੇ ਮੁੰਦਰੇ। ਇਹ ਕ੍ਰਾਸ ਨੇ ਸਾਰੇ, ਕੁਝ ਵਿੱਚ ਨੇ ਰਾਜਨਪੁਰੀ ਨੇ। ਰਾਜਨਪੁਰੀ ਕ੍ਰਾਸ ਹਾਂ ਨੇ। ਕ੍ਰਾਸ। ਠੀਕ ਹੈ। ਤੁਸੀਂ ਇਹ ਬੱਕਰੇ ਕਿੱਥੋਂ ਲੈ ਕੇ ਆਏ ਸੋ? ਇਹ ਮੈਂ ਰਾਜਨਪੁਰ ਤੋਂ ਲੈ ਕੇ ਆਇਆ। ਰਾਜਨਪੁਰ ਗਏ ਸੋ? ਹਾਂਜੀ। ਤੇ ਕਿੱਡੀ ਉਮਰ ਦੇ ਲਏ ਹਾਜੇ? ਇਹ ਤਕਰੀਬਨ ਹੈ ਸਨ ਕੋਈ 4-4 ਮਹੀਨੇ ਤੇ 5-5 ਮਹੀਨੇ ਦੇ। 4-4 5-5 ਮਹੀਨੇ ਦੇ ਬੱਕਰੇ ਤੁਸੀਂ ਰਾਜਨਪੁਰੋਂ ਲੈ ਕੇ ਆਏ ਸੋ। ਕਿੰਨੇ ਦਾ ਫੀ ਬੱਕਰਾ ਪੈ ਗਿਆ ਸੀ ਇੱਥੇ? ਇਹ ਤਕਰੀਬਨ ਉਦੋਂ ਜਿਹੜਾ ਨਾ 20,000 ਪਾ ਕੇ ਪਾ ਕੇ ਇੱਥੇ ਆਉਂਦਾ ਹੱਟਾ ਇੱਥੇ ਤੱਕ ਜਿਹੜਾ 20,000 ਚ ਪਿਆ ਸੀ। ਫੀ ਜਾਨਵਰ ਤੁਹਾਨੂੰ 20,000 ਦਾ ਇੱਥੇ ਪਿਆ ਸੀ। ਹਾਂਜੀ। ਤੇ ਉਹ ਕਿੰਨੇ ਮਹੀਨੇ ਹੋ ਗਏ ਤੁਹਾਨੂੰ ਇਹਨਾਂ ਨੂੰ ਇਹ ਸੰਭਾਲਦੇ? ਦਸੰਬਰ ਚ ਲਏ ਨੇ, ਤੁਸੀਂ ਹਿਸਾਬ ਲਾ ਲਓ ਤਕਰੀਬਨ 5-6 ਮਹੀਨੇ ਹੋ ਗਏ। 5-6 ਮਹੀਨੇ ਹੋ ਗਏ ਤੁਹਾਨੂੰ ਇਹਨਾਂ ਨੂੰ ਸੰਭਾਲਦੇ। ਇਨਸ਼ਾਅੱਲਾ ਐਸੀ ਤੇ ਕੁਰਬਾਨੀ ਤੇ ਲੱਗਣ ਦੇ ਇਨਸ਼ਾਅੱਲਾ ਸਾਰੇ ਦੋਂਦੇ ਹੋ ਗਏ ਦਿਨੋਂ। ਠੀਕ ਹੈ। ਇਹਨਾਂ ਦੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੀ ਰੁਟੀਨ ਤੁਸੀਂ ਕੀ ਰੱਖੀ ਹੈ? ਸੁਬਾਹ ਇਹਨਾਂ ਨੂੰ ਕੀ ਖਿਲਾਉਂਦੇ ਹੋ, ਕੀ ਪਿਲਾਉਂਦੇ ਹੋ ਸਾਰੇ ਦਿਨ ਦੀ ਸਵੇਰ ਤੋਂ ਸ਼ਾਮ ਤੱਕ? ਇਹ ਹੁਣ ਤੇ ਜਿਹੜਾ ਸਵੇਰ ਦੇ ਟਾਈਮ ਤੇ ਇਹ ਬਾਹਰ ਚਲੇ ਜਾਂਦੇ ਨੇ। ਠੀਕ ਹੈ। ਬਾਹਰ ਫਿਰ ਕੇ ਆਉਂਦੇ ਨੇ। ਇਹਨਾਂ ਵਾਸਤੇ ਜਿਹੜਾ ਸ਼ੱਕਰ ਤੇ ਵੇਸਣ, ਠੀਕ ਹੈ। ਇਹਦਾ ਪਾਣੀ ਜਿਹੜਾ 2-3 ਟੱਪ ਬਣਾ ਕੇ ਰੱਖੀ ਦੇ ਨੇ, ਤਕਰੀਬਨ ਸਾਰਾ ਪੀ ਜਾਂਦੇ ਨੇ। ਸਾਰਾ ਪੀ ਜਾਂਦੇ ਨੇ। ਇਹ ਤਕਰੀਬਨ 3 ਵਜੇ ਨਾਲ ਫਿਰ ਬਾਹਰ ਕੱਢਣੇ ਨੇ। ਠੀਕ ਹੈ। ਸ਼ਾਮ ਨੂੰ ਫਿਰ ਇਸੇ ਰੂਟੀਨ ਤੇ ਇਹਨਾਂ ਨੂੰ ਜਿਹੜਾ ਸ਼ੱਕਰ ਠੀਕ ਹੈ ਤੇ ਵੇਸਣ ਇਹ ਦੇਣਾ ਇਹਨਾਂ। ਸ਼ੱਕਰ ਤੇ ਬੇਸਣ ਦੇ ਤੁਸੀਂ ਟੱਬ ਬਣਾ ਕੇ ਰੱਖ ਸਕਦੇ ਹੋ? ਹਾਂਜੀ, ਰੱਖ ਛੱਡਦੇ ਤੇ ਆਉਂਦੇ ਨੇ। ਕਿੰਨੇ ਬੱਕਰਿਆਂ ਵਾਸਤੇ? ਇਹ ਤਕਰੀਬਨ ਕੋਈ 36 ਬੱਕਰੇ। 36 ਵਾਸਤੇ ਤੁਸੀਂ 2-3 ਟੱਬ ਬਣਾ ਕੇ ਰੱਖ ਸਕਦੇ ਹੋ। ਕਿੰਨੀ ਸ਼ੱਕਰ ਤੇ ਕਿੰਨਾ ਬੇਸਣ? ਇਹ ਤਕਰੀਬਨ ਕੋਈ 3 ਕਿਲੋ ਲੱਗ ਜਾਂਦਾ, 1/2 ਕਿਲੋ ਬੇਸਣ ਲੱਗ ਜਾਂਦਾ। 1/2 ਕਿਲੋ ਬੇਸਣ 3 ਕਿਲੋ ਸ਼ੱਕਰ ਲਾ ਕੇ ਤੁਸੀਂ ਰੱਖ ਸਕਦੇ ਤੇ ਆਪਣੀ ਮਰਜ਼ੀ ਨਾਲ ਹੀ ਪੀ ਆਪਣੀ ਮਰਜ਼ੀ ਨਾਲ ਪੀਣਾ ਇਹਨਾਂ ਨੇ। ਸਵੇਰ ਤੁਸੀਂ ਜਾਣ ਤੋਂ ਪਹਿਲੇ ਵੀ ਪਿਲਾਉਂਦੇ ਹੋ ਤੇ ਜਦੋਂ 4 ਕਿਲੋ? ਨਹੀਂ, ਜਾਣ ਤੋਂ ਪਹਿਲੇ ਨਹੀਂ ਪੀਂਦੀ। ਅੱਛਾ। ਇਹਨਾਂ ਵਾਪਸੀ ਆਣਾ ਤੇ ਫਿਰ ਪੀਣਾ। ਠੀਕ ਹੈ। ਇਹਨਾਂ ਹੁਣ ਜਾਣਾ ਕੋਈ ਨਹੀਂ ਪੀਣਾ। ਠੀਕ ਹੈ। ਇਹ ਵਾਪਸੀ ਆਣਗੇ ਤੇ ਫਿਰ ਪੀਣਾ। ਠੀਕ ਹੈ। ਅੱਜ ਕੱਲ ਤੇ ਤੁਸੀਂ ਚਰਾ ਰਹੇ ਹੋ, ਇਹਨਾਂ ਦਿਨਾਂ 'ਚ ਖੇਤ ਦਸਤਿਆਬ ਨਹੀਂ ਹੁੰਦੇ, ਉਹਨਾਂ ਦਿਨਾਂ 'ਚ ਇਹਨਾਂ ਨੂੰ ਕੀ ਖਵਾਉਂਦੇ? ਉਹਨਾਂ ਦਿਨਾਂ ਦੇ ਵਿੱਚ ਪਹਿਲੇ ਸਾਡੇ ਇਹਨਾਂ ਸਟਾਲਾ। ਠੀਕ ਹੈ। ਤੇ ਜ਼ਿਆਦਾ ਜਿਹੜਾ ਸਟਾਲੇ ਇਸਤੇਮਾਲ ਕਰਦੇ ਸਨ। ਉਹਦੇ ਨਾਲ ਜਿਹੜਾ ਹਲਕੀ ਫੁਲਕੀ ਫੀਡ, ਮਸਲਨ ਮਕਈ ਹੋ ਗਈ, ਠੀਕ ਹੈ, ਕਾਲੇ ਚਨੇ ਹੋ ਗਏ, ਗੰਦਮ ਹੋ ਗਈ, ਇਹਨਾਂ ਨੂੰ ਦਲਾ ਕੇ ਨਾ ਰੋਜ਼ਾਨਾ ਸ਼ਾਮ ਨੂੰ ਜਿਹੜਾ ਨਾ ਤਕਰੀਬਨ ਪਾ ਦੇ ਕਰੀਬ ਜਿਹੜਾ ਇਹਨਾਂ ਨੇ ਇਸਤੇਮਾਲ ਕਰਾਈ। ਸਾਰੇ ਜਾਨਵਰ ਤੁਸੀਂ ਪਾ ਸਕਦੇ। ਅੱਛਾ, ਇਹਦਾ ਤੁਸੀਂ ਬੇਸਨ ਔਰ ਗੁੜ ਦੱਸ ਰਹੇ ਹੋ, ਇਹਨਾਂ ਦਾ ਬੱਕਰਿਆਂ ਦੀ ਬੜੋਤਰੀ ਤੇ ਕੋਈ ਖਾਸ ਫਾਇਦਾ ਹੈ? ਇਹਦੇ ਵਿੱਚ ਜਿੰਨਾ ਇਹ ਪਾਣੀ ਪੀਣਗੇ ਉਤਨਾ ਇਹਨਾਂ ਦਾ ਗੋਸ਼ਤ ਜ਼ਿਆਦਾ ਵਧੇਗਾ। ਠੀਕ ਹੈ। ਇੱਕ ਦੂਸਰੇ ਨੰਬਰ ਤੇ ਗਰਮੀ ਦੇ ਵਿੱਚ ਜਿਹੜਾ ਜਾਨਵਰ ਹੌਂਕਦਾ ਹੈ ਨਾ, ਜੀ ਜੀ, ਉਹ ਨਹੀਂ ਹੌਂਕੇਗਾ, ਯਾਨੀ ਬਿਮਾਰ ਨਾ ਹੋਗਾ, ਗਰਮੀ ਵਾਲਾ ਬਿਮਾਰ ਨਾ ਹੋਵੇ। ਬਿਮਾਰ ਨਾ ਹੋਵੇ। ਇਸ ਤੋਂ ਇਲਾਵਾ ਰਾਤ ਨੂੰ ਕੋਈ ਹੋਰ ਜਿਹੜਾ ਤੁਸੀਂ ਅਗਰ ਟੈਕਨੀਕਲ ਨੁਸਖਾ ਮੈਨੂੰ ਦੱਸ ਦਿਓ? ਉਹਦੇ ਵਿੱਚ ਜਿਹੜਾ ਸੌਂਫ ਤੇ ਨਮਕ, ਜੀ ਜੀ, ਇਹਦੇ ਵਿੱਚ ਜਿਹੜਾ ਨਾ ਬਣਾਈ ਦੀ ਜਿਹੜੀ ਆਪਣਾ ਮਕਈ ਚਾਵਲ ਹੈ, ਦੂਸਰਾ ਚਨੇ, ਗੰਦਮ, ਇਹ ਦਲਾਈ ਦੀ ਉਹਦੇ ਵਿੱਚ ਮਿਕਸ ਕਰਕੇ ਸਾਰਿਆਂ ਨੂੰ ਜਿਹੜਾ ਨਾ 1-1 ਚਮਚ ਨਮਕ, 1 ਚਮਚ ਜਿਹੜਾ ਸੌਂਫ, ਠੀਕ ਹੈ, ਇਹ ਜਿਹੜਾ ਇੱਕ ਦਿਨ ਛੱਡ ਕੇ ਇੱਕ ਦਿਨ ਦਈ ਜਾਂਦੇ ਹੋ। ਉਹਦੇ ਨਾਲ ਇਹ ਵੀ ਕਿ ਇਹਨਾਂ ਦੀ ਜਿਹੜੀ ਚੀਜ਼ ਖਾਂਦੇ ਨੇ ਹਜ਼ਮ ਹੋ ਜਾਂਦੀ ਹੈ। ਠੀਕ ਹੈ। ਦੂਸਰੇ ਨੰਬਰ ਤੇ ਪਾਣੀ ਜ਼ਿਆਦਾ ਰੱਜ ਕੇ ਪੀਂਦੇ। ਠੀਕ ਹੋ ਗਿਆ। ਅੱਛਾ ਭਾਈ, ਇਸ ਤੋਂ ਬਾਅਦ ਫਿਰ ਤੁਸੀਂ ਅਗਲੇ ਮਹੀਨਿਆਂ 'ਚ ਇਹਨਾਂ ਦੀ ਕੀ ਰੂਟੀਨ ਰੱਖੀ? ਕਿਉਂਕਿ ਇਹ ਖੇਤ ਤੋਂ ਹੁਣ ਵਸ ਜਾਣੇ ਨੇ ਤੇ ਫਸਲਾਂ ਹੋ ਜਾਣੀਆਂ ਨੇ, ਅਗਲੇ ਮਹੀਨਿਆਂ ਵਾਸਤੇ ਤੁਸੀਂ ਕੀ ਬੰਦੋਬਸਤ ਇਹਦਾ ਕੀਤਾ ਹੈ ਐਡਵਾਂਸ? ਅਗਲੇ ਜਿਹੜੇ 2 ਮਹੀਨੇ ਨੇ ਇਹਨਾਂ ਵਾਸਤੇ ਜੰਤਰ ਵੀ ਜ਼ਿਆਦਾ। ਠੀਕ ਹੈ। ਤੇ ਜੰਤਰ ਜਿਹੜਾ ਤਕਰੀਬਨ ਇੰਨੇ ਜਾਨਵਰਾਂ ਵਾਸਤੇ 5 ਕਨਾਲ ਜੰਤਰ ਵੀ ਜ਼ਿਆਦਾ। ਠੀਕ ਹੈ। ਤੇ ਇਹਨਾਂ ਵਾਸਤੇ 2 ਮਹੀਨਿਆਂ ਵਾਸਤੇ ਉਹ ਕਾਫੀ ਹੈ। ਉਹ ਤੁਸੀਂ ਇਹਨਾਂ ਨੂੰ ਵੱਢ ਕੇ ਪਾਓਗੇ ਜਾਂ ਇਹਨਾਂ ਨੂੰ ਉੱਥੇ ਚਰਾਓਗੇ? ਨਹੀਂ, ਇਹਨਾਂ ਦੇ ਵੱਢ ਕੇ ਵੀ ਪਾ ਸਕਦੇ ਆ। ਠੀਕ ਹੈ। ਲੇਕਿਨ ਆਪਣੀ ਮਰਜ਼ੀ, ਅਗਰ ਖੁੱਲਾ ਛੱਡਣਾ ਚਾਹੁੰਦੇ ਆ ਤੇ ਖੁੱਲਾ ਵੀ ਛੱਡ ਦਿਓ ਤੁਸੀਂ। ਠੀਕ ਹੈ। ਲੇਕਿਨ ਅਸੀਂ ਖੁੱਲੇ ਛੱਡਦੇ। ਠੀਕ ਹੈ। ਅਗਰ ਕੋਈ ਆਦਮੀ ਸਮਝਦਾ ਕਿ ਮੈਂ ਵੱਢ ਕੇ ਪਾਣਾ ਤੇ ਵੱਢ ਕੇ ਪਾਓ, ਵੱਢ ਕੇ ਖਾਣਗੇ। ਠੀਕ ਹੋ ਗਿਆ। ਜੰਤਰ ਵੀ ਜਿਹੜਾ ਕਿੰਨਾ ਖਰਚਾ ਹੋ ਜਾਂਦਾ? ਇਹਦਾ ਤਕਰੀਬਨ ਜਿਹੜਾ ਇਤਨਾ ਜ਼ਿਆਦਾ ਖਰਚਾ ਨਹੀਂ ਹੈ, ਸਿਰਫ ਹਵਾਈ ਦਾ ਖਰਚਾ ਹੈ, ਬੀਜ ਦਾ ਖਰਚਾ ਹੈ। ਬਾਕੀ ਖਾਦ ਵਗੈरह ਉਹ 5 ਕਨਾਲਾਂ ਤੇ ਹਰ ਆਦਮੀ ਸਮਝਦਾ ਕਿੰਨਾ ਖਰਚਾ ਆਉਂਦਾ ਹੈ। ਇਤਨਾ ਖਰਚਾ ਨਹੀਂ ਹੈ। ਸਹੀ ਹੋ ਗਿਆ। ਅੱਛਾ, ਹੁਣ ਇੱਕ ਗੱਲ ਹੈ ਦੱਸੋ ਕਿ ਕਈ ਲੋਕ ਫਾਰਮਿੰਗ ਸ਼ੁਰੂ ਕਰਦੇ ਨੇ ਬੱਕਰੀਆਂ ਦੀ, ਕੋਈ ਬੀਤਲ ਬੱਕਰੀ ਰੱਖਦਾ, ਕੋਈ ਟੈਰੀ ਬੱਕਰੀ ਰੱਖਦਾ ਹੈ,
ਤੁਸੀਂ ਇਹ ਬੱਕਰੀਆਂ ਦਾ ਇੰਤਖਾਬ ਕੀਤਾ ਹੈ, ਪਹਿਲੇ ਨੰਬਰ ਤੇ ਤੁਸੀਂ ਬੱਕਰੀਆਂ ਨਹੀਂ ਰੱਖੀਆਂ, ਬੱਕਰੀਆਂ ਦਾ ਇੰਤਖਾਬ ਕੀਤਾ ਹੈ, ਇਹਦੀ ਕੀ ਵਜ੍ਹਾ ਹੈ? ਔਰ ਦੂਸਰੇ ਨੰਬਰ ਤੇ ਰਾਜਨਪੁਰੀ ਬੱਕਰੀਆਂ ਦੀ ਨਸਲ ਔਰ ਕ੍ਰਾਸ ਨਸਲ ਰੱਖਣ ਦੀ ਕੀ ਵਜ੍ਹਾ ਹੈ? ਤੁਸੀਂ ਇਹਦੀ ਕੀ ਖੂਬੀ ਜਿਹਦੀ ਵਜ੍ਹਾ ਤੋਂ ਇਹਦਾ ਇੰਤਖਾਬ ਕੀਤਾ? ਅਸਲ ਬਾਤ ਇਹ ਹੈ ਕਿ ਇਹਨਾਂ ਦੀ ਕੀਮਤ ਜਿਹੜੀ ਨਾ ਆ ਕੇ ਈਦ ਦੇ ਉੱਤੇ ਇਹਨਾਂ ਦੀ ਕੀਮਤ ਯਾਨੀ ਮਕੂਲ ਇੱਕ ਜ਼ਿਆਦਾ ਲੱਗ ਜਾਂਦੀ, ਇਹਨਾਂ ਦੀ ਜਸਾਮਤ ਬਣ ਜਾਂਦੀ ਹੈ। ਠੀਕ ਹੈ। ਅਗਰ ਆਮ ਕੋਈ ਨਸਲ ਲੈ ਆਈਏ ਉਹ ਬਣਦੇ ਨਹੀਂ। ਠੀਕ ਹੈ। ਉਹਨਾਂ ਦੀ ਫਿਰ ਕੀਮਤ ਨਹੀਂ ਲੱਗਦੀ। ਯਾਨੀ ਰਾਜਨਪੁਰੀ ਬੱਕਰਾ ਦੀ ਵਜ੍ਹਾ ਕਿ ਇਹਦੀ ਕੀਮਤ ਅੱਛੀ ਬਣ ਜਾਂਦੀ, ਖੂਬਸੂਰਤ ਹੁੰਦਾ ਹੈ, ਸਾਈਜ਼ ਵੱਡਾ ਹੁੰਦਾ। ਸਾਈਜ਼ ਵੱਡਾ ਹੁੰਦਾ ਕਿਉਂਕਿ ਵਜ਼ਨ ਦੇ ਵਿੱਚ ਜ਼ਿਆਦਾ ਹੋ ਜਾਂਦਾ। ਦੂਸਰੇ ਜਿਹੜੇ ਆਮ ਲੈ ਕੇ ਆਓਗੇ ਤੁਸੀਂ ਉਹ ਤਕਰੀਬਨ ਜਿਹੜੇ ਨਾ ਉਹ ਇਤਨੇ ਨਹੀਂ ਬਣਦੇ। ਸਹੀ ਹੋ ਗਿਆ, ਯਾਨੀ ਅੱਛੀ ਕੀਮਤ ਲੱਗਦੀ ਹੈ ਇਹਦੀ, ਬਿਲਕੁਲ ਸਹੀ ਇਹਦੀ ਵਜ੍ਹਾ। ਤੇ ਬੱਕਰੀਆਂ ਨਹੀਂ ਰੱਖੀਆਂ, ਬੱਕਰੇ ਰੱਖੇ ਨੇ, ਉਹਦੇ ਚ ਕੀ? ਬੱਕਰੀਆਂ ਅਸਲ ਦੇ ਵਿੱਚ ਪਹਿਲੀ ਦਫਾ ਹੈ ਇਸ ਵਾਸਤੇ ਬੱਕਰੀਆਂ ਨਹੀਂ ਰੱਖੀਆਂ ਕਿ ਬੱਕਰੀਆਂ ਤੇ ਵਾਸਤੇ ਟਾਈਮ ਚਾਹੀਦਾ। ਠੀਕ ਹੈ। ਉਹਨਾਂ ਨੂੰ ਕਮ ਸੇ ਕਮ ਜਿਹੜਾ ਤੁਸੀਂ ਲਿਆ ਕੇ ਰੱਖੋ, ਸਾਲ 2 ਸਾਲ ਉਹਨਾਂ ਤੇ ਪੈਸਾ ਇਨਵੈਸਟ ਕਰੋ। ਠੀਕ ਹੈ। ਇਨਵੈਸਟ ਕਰਕੇ ਫਿਰ ਬੱਚੇ ਹੋਣਗੇ। ਬੱਚੇ ਯਾਨੀ ਉਹਨਾਂ ਦੇ ਵਿੱਚ ਬੱਚਿਆਂ ਨੂੰ ਪਾਲਣਾ ਵੀ ਇਤਨਾ ਅੱਛਾ ਨਹੀਂ ਹੈ, ਆਸਾਨ ਨਹੀਂ ਹੈ। ਤੇ ਬਾਕੀ ਕਈ ਜਿਹੜੇ ਨੇ ਉਹ ਸਰਦੀਆਂ ਦੇ ਵਿੱਚ ਮਰ ਜਾਂਦੇ ਨੇ, ਕੁਝ ਹੋ ਜਾਂਦਾ। ਇਹਨਾਂ ਦਾ ਇਹ ਵੇ ਕਿ ਇਹ ਲਿਆਂਦੇ ਨੇ ਭਲੇ ਭਲਾਏ ਲਿਆਂਦੇ ਦੇ ਨੇ ਤੇ ਅਲਹਮਦੁਲਿਲਾ ਇਹ ਜਿਹੜੇ ਨਾ इतना तकलीफ दे नहीं होती। जबरदस्त जबरदस्त। भाई ने बड़ी अच्छी बात बताई है जी कि जो बकरियां उनको आप लेंगे, पालेंगे, फिर वो बच्चे देंगे और फिर उसके बाद उनके बकरे होंगे, फिर आप सेल करेंगे, यानी आपको 2 साल इंतजार करना। हाँ, 2 साल इंतजार। जबकि अगर आप बकरे लेके आते हैं तो वो आपको 3-4-5 महीने का पला पलाया बकरा मिलना है और उसके बाद आप उसको पाल लें, 6-7 महीने के बाद ईद पे सेल कर लें, आपको कैश भी रिटर्न हो जाएगा, अगला कारोबार भी आपका चलता रहेगा। सही बात। अच्छा भाई ये दसो कि तुसी इस तो इलावा तूड़ी भी नजर आ रही तुहाडी, तूड़ी भी इस्तेमाल करांदे हो बकरियां नूं? तूड़ी जिहड़ी ना इस्तेमाल करने हैं लेकिन बहुत घट करते ने, खांदे ने। ये सिर्फ जिहड़ी ना फीड बनाने असं तैयार करने आप ही मकई दी ते दी चनिया दी ते कणक दी। ठीक है। ਇਹ ਫੀਡ ਬਣਾ ਕੇ ਉਹਦੇ ਵਿੱਚ ਥੋੜੀ ਜਿਹੀ ਯਾਨੀ ਜਿੰਨੀ ਮਕਦਾਰ ਦਾਣੇ ਦੀ ਹੁੰਦੀ ਹੈ ਉਨੀ ਮਕਦਾਰ ਦੇ ਵਿੱਚ ਤੂੜੀ ਪਾਉਂਦੇ ਆ और खा लेंगे। ठीक है, यानी एक नवा तुसी खुराक तैयार करदे हो, ਉਹਦੇ ਵਿੱਚ ਇਸਤੇਮਾਲ ਕਰਦੇ ਹੋ। ਉਹ ਖੁਰਾਕ ਦੱਸੋਗੇ ਕਿਸ ਤਰੀਕੇ ਨਾਲ ਬਣਾਈ ਦੀ ਹੈ? ਇਹ ਤੇ ਕਣਕ ਲੈ ਲਓ ਤੁਸੀਂ, ਤੋੜੇ ਦਾ ਤੋੜਾ ਇੱਕ ਤੋੜਾ ਇਹਦਾ ਲੈ ਲਓ, ਮਕਈ ਦਾ ਇੱਕ ਚਣਿਆਂ ਦਾ ਲੈ ਲਓ, ਇਹਨੂੰ ਮਸ਼ੀਨ ਦੇ ਉੱਤੇ ਜਾ ਕੇ ਦਲਾ ਲਓ ਤੁਸੀਂ। ਦਲਾ ਕੇ ਇਹ ਜਿਹੜਾ ਨਾ ਫਿਰ ਲਿਆ ਕੇ ਤੇ ਆਪਣੇ ਮਕਦਾਰ ਦੇ ਨਾਲ ਜਿਤਨੀ ਤੁਸੀਂ ਪਾਣੀ ਉਸ ਹਿਸਾਬ ਨਾਲ ਪਾਉਂਦੇ ਰਹੋ। ਠੀਕ ਹੋ ਗਿਆ, ਯਾਨੀ ਪਤਾ ਚੱਲ ਜਾਂਦਾ ਕਿ ਜਾਨਵਰ ਇੰਨੀ ਕੁ ਖਾ ਰਿਹਾ ਉਹਦੇ ਮੁਤਾਬਕ ਪਾ ਦਿਓ। ਕਿਉਂਕਿ ਉਹ ਜਾਨਵਰ ਜਿਹੜਾ ਵੱਡਾ ਉਹਨੂੰ ਥੋੜੀ ਜ਼ਿਆਦਾ ਹੁੰਦੀ ਹੈ, ਜਿਹੜਾ ਛੋਟਾ ਹੁੰਦਾ ਉਹ ਯਾਨੀ ਉਹਦੀ ਜਿਸਾਮਤ ਦੇ ਲਿਹਾਜ਼ ਨਾਲ ਉਹਦੀ ਮਕਦਾਰ। ਇੱਥੇ ਇੱਕ ਗੱਲ ਤੁਹਾਡੇ ਕੋਲ ਪੁੱਛਣਾ ਚਾਹਾਂਗਾ, ਇਹ ਤਿੰਨੇ ਚੀਜ਼ਾਂ ਤੂੜੀ 'ਚ ਰਲਾ ਕੇ ਪਾਣੀ 'ਚ ਮਿਕਸ ਕਰਕੇ ਦੇਈ ਦੀਆਂ ਜਾਂ ਵਿੱਚ ਤੇਲ ਵੀ ਪਾਈਦਾ ਹੈ? ਨਹੀਂ ਤੇਲ ਕੋਈ ਚੀਜ਼ ਨਹੀਂ ਪਾਣੀ ਇਹਨਾਂ ਨੂੰ। ਜੀ ਬਿਲਕੁਲ ਹਲਕਾ ਜਿਹਾ ਪਾਣੀ ਲਾਣਾ ਹੈ ਤਾਂ ਕਿ ਜਿਹੜਾ ਨਾ ਉਹਦੇ ਨਾਲ ਨਮੀ ਬਣ ਜੇ ਤੂੜੀ ਨਾਲ ਤੇ ਉਹ ਜਿਹੜਾ ਦਾਣਾ ਹੈ ਨਾ ਉਹਦੇ ਨਾਲ ਚਮੜ ਜੇ, ਤਾਂ ਕਿ ਜਦੋਂ ਦਾਣਾ ਚਮੜ ਜਾਂਦਾ ਫਿਰ ਤੂੜੀ ਵੀ ਖਾ ਲੈਂਦੇ। ਇੱਕ ਬੰਦੇ ਨੇ ਮੈਨੂੰ ਦੱਸਿਆ ਕਿ ਇਹਨਾਂ ਨੂੰ ਤੇਲ ਵੀ ਦੇਣਾ ਚਾਹੀਦਾ ਹੈ, ਤੇਲ ਦਾ ਮੌਸਮ ਚਲਾ ਗਿਆ ਕਿਉਂਕਿ ਇਸ ਤੋਂ ਪਹਿਲੇ ਚੇਤਰ ਦੇ ਦਿਨਾਂ ਦੇ ਦਿਨ ਤੇਲ। ਠੀਕ ਹੈ। ਹਾਂਜੀ, ਉਦੋਂ ਦੇ ਨੇ ਨਾ 2 ਸੀਸੀ ਰੋਜ਼ਾਨਾ ਤੇਲ, ਇੱਕ ਦਿਨ ਛੱਡ ਕੇ ਦੇ ਲਓ ਜਾਂ ਇੱਕ ਦਿਨ ਰੋਜ਼ਾਨਾ ਵੀ ਦਿਓ, ਉਹਦਾ ਕੋਈ ਮਸਲਾ ਨਹੀਂ ਹੈ। ਲੇਕਿਨ ਉਹ ਚੇਤਰ ਦੇ ਜਦੋਂ ਸਟਾਲੇ ਹੁੰਦੇ ਨੇ ਉਦੋਂ ਦਿੰਦੇ ਨੇ, ਹੁਣ ਨਹੀਂ ਦਿੰਦੇ। ਤੁਸੀਂ ਇਹ ਦੱਸੋ ਕਿ ਇਹਨਾਂ ਜਾਨਵਰਾਂ ਦੀ ਸਿਹਤ ਦਾ ਖਿਆਲ ਰੱਖਣ ਵਾਸਤੇ ਤੁਸੀਂ ਕੀ ਕਰਦੇ ਹੋ? ਅਗਰ ਕੋਈ ਜਾਨਵਰ ਬਿਮਾਰ ਹੁੰਦਾ ਹੈ ਨਾ ਉਹਦੇ ਵਾਸਤੇ ਅਸੀਂ ਡਾਕਟਰ ਨੂੰ ਬੁਲਾਉਂਦੇ ਹਾਂ। ਠੀਕ ਹੈ। ਅਗਰ ਕੋਈ ਥੋੜਾ ਸਮਝਦੇ ਆ ਕਿ ਨਾਰਮਲ ਢਿੱਲਾ ਹੋ ਜਾਂਦਾ ਉਹਦੇ ਵਾਸਤੇ ਜ਼ਿਆਦਾ ਹੀ ਜਿਹੜਾ ਜੈਂਟਾ ਇਸਤੇਮਾਲ ਕਰ ਰਹੇ, ਜੈਂਟਾ ਟੀਕਾ ਉਹ ਇਸਤੇਮਾਲ ਕਰਨੇ ਆ। ਅਗਰ ਜ਼ਿਆਦਾ ਹੋਏ ਤਾਂ ਫਿਰ ਡਾਕਟਰ ਨੂੰ ਬੁਲਾਉਂਦੇ। ਠੀਕ ਹੋ ਗਿਆ। ਅੱਛਾ ਭਾਈ, ਅਗਰ ਮੇਰੇ ਨਾਜ਼ਰੀਨ ਚੋਂ ਵੀਡੀਓ ਵੇਖਣ ਵਾਲਿਆਂ ਚੋਂ ਕਿਸੇ ਬੰਦੇ ਨੂੰ ਕੋਈ ਮਾਲੂਮਾਤ ਦਰਕਾਰ ਹੋਣ ਜਾਂ ਕਿਸੇ ਨੇ ਬੱਕਰਾ ਖਰੀਦਣਾ ਹੋਏ ਤੇ ਤੁਹਾਡੇ ਕੋਲੋਂ, ਕਿਆ ਤੁਹਾਡੇ ਨਾਲ ਰਾਬਤਾ ਕਰ ਸਕਦਾ? ਕਰ ਸਕਦਾ, ਬਿਲਕੁਲ। ਤੇ ਕਿਆ ਤੁਹਾਡੇ ਨਾਲ ਰਾਬਤਾ ਕਰਨ ਵਾਸਤੇ ਤੁਹਾਡਾ ਫੋਨ ਨੰਬਰ ਸਾਨੂੰ ਮਿਲ ਸਕਦਾ ਹੈ ਜਾਂ ਇੱਥੇ ਆਣਾ ਪਏਗਾ? ਨਹੀਂ, ਇੱਥੇ ਵੀ ਆ ਜਾਏ, ਕੋਈ ਗੱਲ ਨਹੀਂ ਹੈ, ਕਿਉਂਕਿ ਜਿੰਨੇ ਲੈਣਾ ਉਹਨੇ ਤੇ ਇੱਥੇ ਆਣਾ ਹੀ ਆਣਾ। ਜੀ ਤੇ ਫੋਨ ਤੇ ਪਤਾ ਚੱਲੇਗਾ ਵੀ ਕਿੱਥੇ ਵੇਚੇਗਾ। ਹਾਂਜੀ, ਤੇ ਫੋਨ ਨੰਬਰ ਦੇ ਦਿਓ ਫਿਰ। 0304 ਜੀ 699 ਜੀ 3536। ਮਾਸ਼ਾਅੱਲਾ, ਬਹੁਤ ਸ਼ੁਕਰੀਆ ਭਾਈ, ਤੁਸੀਂ ਬੜੀ ਅੱਛੀ ਮਾਲੂਮਾਤ ਸਾਨੂੰ ਦਿੱਤੀਆਂ ਨੇ, ਬਹੁਤ ਸ਼ੁਕਰੀਆ।